ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। बहुत बहुत शुक्रिया सुखविंदर जी और तख्त पंजाब के सारे दर्शकों ਨੂੰ ਮੇਰੇ ਵੱਲੋਂ ਨਮਨ। ਸਤਿ ਸ੍ਰੀ ਅਕਾਲ ਸਮਦ ਸਾਹਿਬ। ਅੱਜ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਨੇ। ਜਨਤਾ ਦਰਬਾਰ ਲਾਇਆ ਜਾ ਰਿਹਾ ਹੈ, ਪਰ ਮੈਂ ਅਖਬਾਰਾਂ ਦੀਆਂ ਖਬਰਾਂ ਪੜ੍ਹਦਾ ਜਦੋਂ ਉੱਥੇ ਲਿਖਿਆ ਕਿ ਸਰਕਾਰ ਬਦਲੀ ਹੈ, ਹਾਲਾਤ ਨਹੀਂ ਬਦਲੇ। ਅੱਜ ਵੀ ਧਰਨਾਕਾਰੀ ਕਹਿੰਦੇ ਉਹੀ ਦਰੀਆਂ ਨੇ, ਉਹੀ ਸੜਕਾਂ ਨੇ, ਉਹੀ ਡੀਸੀ ਦਫ਼ਤਰ ਨੇ, ਅਸੀਂ ਉਵੇਂ ਹੀ ਧਰਨੇ ਲਾ ਰਹੇ ਹਾਂ। ਕਦੇ ਮੌਸਮ ਬਦਲ ਜਾਂਦਾ ਹੈ, ਹੁਣ ਤਾਂ ਲੂ ਲੱਗੀ ਹੈ, ਗਰਮੀ ਬਹੁਤ ਆ, ਅੱਗੋਂ ਮੌਸਮ ਫਿਰ ਬਦਲ ਜਾਣਾ। ਪਿਛਲੀ ਸਰਕਾਰ ਦੇ ਵੇਲੇ ਦੀ ਬੈਠੇ ਨੇ ਉਹ ਧਰਨਿਆਂ ਦੇ ਉੱਤੇ। ਮੁੱਖ ਮੰਤਰੀ ਸਾਹਿਬ ਚੰਡੀਗੜ੍ਹ 'ਚ ਜਨਤਾ ਦਰਬਾਰ ਲਾ ਰਹੇ ਨੇ। ਇੱਕ ਹੈਰਾਨਗੀ ਹੋਰ ਇਸ ਗੱਲ ਦੀ ਆ ਕਿ ਅੱਗੇ ਤਾਂ ਹਰ ਗੱਲ ਨੂੰ ਲੈ ਕੇ ਪੋਸਟਰ ਜਾਰੀ ਹੋ ਜਾਂਦੇ ਨੇ ਕਿ ਇੰਨੀ ਆਹ ਕੰਮ ਅਸੀਂ ਕਰ ਦੇਣਾ ਤੇ ਆਹ ਕੰਮ ਅਸੀਂ ਕਰਨ ਲੱਗੇ ਆ, ਤੇ ਇਹਦੇ ਬਾਰੇ ਜਨਤਾ ਦਰਬਾਰ ਬਾਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੋਵੇ। ਚੱਕਰ ਇਹ ਆ ਵੀ ਜਨਤਾ ਦਰਬਾਰ ਤੁਸੀਂ ਯਾਦ ਹੋਏਗਾ ਜਦੋਂ ਕੇਜਰੀਵਾਲ ਪਹਿਲੀ ਵਾਰ ਪ੍ਰਧਾਨ ਮੁੱਖ ਮੰਤਰੀ ਬਣਿਆ ਸੀ ਦਿੱਲੀ ਦੇ, ਉਦੋਂ ਉਹਨਾਂ ਨੇ ਵੀ ਜਨਤਾ ਦਰਬਾਰ ਲਾਇਆ ਸੀਗਾ ਸਿਵਲ ਸਕੱਤਰੇਤ ਵਿੱਚ, ਤੇ ਕਿੰਨਾ ਜ਼ਿਆਦਾ ਓਵਰਵੈਲਮਡ ਲੋਕ ਆ ਗਏ ਸੀ। ਜਿੰਨਾ ਜ਼ਿਆਦਾ ਇਕੱਠ ਹੋਊਗਾ ਉਨਾ ਜ਼ਿਆਦਾ ਮੀਡੀਆ ਕਵਰ ਕਰੂਗਾ। ਜੇ ਚੀਜ਼ ਇਹਦੇ ਵਿੱਚ ਜ਼ਿਆਦਾ ਇਹ ਦੇ ਦਿੰਦੇ ਨਾ, ਆਪਣਾ ਇਸ਼ਤਿਹਾਰਬਾਜ਼ੀ ਕਰ ਦਿੰਦੇ, ਤਾਂ ਉਹ ਇਕੱਠ ਇੰਨਾ ਜ਼ਿਆਦਾ ਹੋ ਜਾਣਾ ਸੀ ਕਿ ਚੰਡੀਗੜ੍ਹ ਪੁਲਿਸ ਨੂੰ ਆਪਣੇ ਬਾਰਡਰਾਂ ਦੇ ਉੱਪਰ ਹੁਣ ਇਹ ਮਤਲਬ ਵੀ ਡੰਡਾ ਪਰੇਡ ਵੀ ਕਰਨੀ ਪੈ ਸਕਦੀ ਸੀ। ਪਰ ਜੋ ਮੁੱਕਦੀ ਗੱਲ ਕੀ ਆ ਸੁਖਵਿੰਦਰ ਜੀ, ਮੁੱਕਦੀ ਗੱਲ ਇਹ ਆ ਕਿ ਭਗਵੰਤ ਮਾਨ ਨੇ 10 ਸਾਲ ਪਾਰਲੀਮੈਂਟ ਵਿੱਚ ਰਹਿ ਕੇ ਜੋ ਸਬਕ ਲਏ ਨੇ, ਜੋ ਦੁੱਖਾਂ ਨੂੰ ਜਾਣਿਆ ਪੰਜਾਬ ਦਿਆਂ ਨੂੰ, ਚਾਹੇ ਉਹ ਉਹਨਾਂ ਦੀ ਸੰਗਰੂਰ ਹਲਕੇ ਦੀ ਸੀਟ ਦੀ ਸੀ, ਉਹਨਾਂ ਨੂੰ ਜਦੋਂ ਹੁਣ ਪਾਵਰ ਦਿੱਤੀ ਆ ਲੋਕਾਂ ਨੇ, ਤਾਂ ਉਹਨਾਂ ਨੂੰ ਉਹ ਲੋਕਾਂ ਦੀ ਤਾਕਤ ਲੋਕਾਂ ਨੂੰ ਵਾਪਸ ਉਹਨਾਂ ਦੇ ਹੱਥਾਂ ਦੇ ਵਿੱਚ ਦੇਣ ਤੋਂ ਹਿਚਕਿਚਾ ਰਹੇ। ਜਨਤਾ ਦਰਬਾਰ ਦਾ ਕੀ ਮਤਲਬ ਆ ਕਿ ਮੈਂ ਰਾਜਾ ਤੇ ਦਰਬਾਰੀ ਮੇਰੀ ਜਨਤਾ, ਤੇ ਜਨਤਾ ਨੂੰ ਦਰਬਾਰੀ ਬਣਾ ਲਿਆ। ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜੋ ਹੈ ਹੀ ਰਜਵਾੜੇ ਚੋਂ, ਫਰਕ ਕੀ ਰਹਿ ਗਿਆ? ਅਸੀਂ ਤਾਂ ਇੱਕ ਗਰੀਬ ਦੇ ਮੁੰਡੇ ਨੂੰ ਚੁਣ ਕੇ ਲੈ ਕੇ ਆਏ ਸੀ ਮੁੱਖ ਮੰਤਰੀ, ਇੱਕ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਚੁਣਿਆ ਗਿਆ, ਜੋ ਆਪਣੀ ਤਾਲੀਮ ਦੇ ਨਾਲ ਨਾਲ ਦੂਸਰਿਆਂ ਦੇ ਬੱਚਿਆਂ ਦੇ ਭਵਿੱਖ ਨੂੰ ਵੀ ਬਦਲਦਾ ਤਾਲੀਮ ਦੇ ਕੇ। ਉਸ ਦੇ ਬੇਟੇ ਨੂੰ, ਉਸ ਦੇ ਫਰਜ਼ੰਦ ਨੂੰ ਪੰਜਾਬ ਨੇ 92 ਸੀਟਾਂ ਦੇ ਕੇ ਮੁੱਖ ਮੰਤਰੀ ਬਣਾਇਆ। ਉਹ ਜਨਤਾ ਦਰਬਾਰ ਕਿਸ ਚੀਜ਼ ਲਈ ਲਾ ਰਿਹਾ? ਇਹ ਪ੍ਰੂਵ ਕਰਨ ਲਈ ਕਿ ਉਹ ਲੋਕਾਂ ਦਾ ਹਰਮਨ ਪਿਆਰਾ। ਇਹਦੇ ਨਾਲ ਕੀ ਮਿਲ ਜੂਗਾ? ਹਰਮਨ ਪਿਆਰਾ ਤਾਂ ਹੈਗਾ ਉਹ, ਲੋਕਾਂ ਨੇ 92 ਸੀਟਾਂ ਦਿੱਤੀਆਂ ਨੇ, ਹਲੇ ਵੀ ਤੁਹਾਨੂੰ ਲੋਕਾਂ ਦੇ ਮਤਲਬ ਭਰੋਸੇ ਉੱਤੇ ਸ਼ੱਕ ਆ। ਲੋਕਾਂ ਨੂੰ ਤੁਹਾਡੇ ਉੱਤੇ ਸ਼ੱਕ ਨਾ ਪੈਣ ਲੱਗ ਜਾਵੇ, ਇਹਦੇ ਲਈ ਤੁਹਾਨੂੰ ਕੰਮ ਕਰਨੇ ਜ਼ਰੂਰੀ। ਜੇ ਤੁਸੀਂ ਉਹੀ ਕੰਮ ਕਰਨੇ ਆ, ਕਿਉਂਕਿ ਮੈਂ ਕਹਾ ਨਾ, ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਦਰਬਾਰ ਹੁੰਦਾ ਸੀ, ਇਹ ਦਰਬਾਰ ਉਸ ਦਰਬਾਰ ਨਾਲੋਂ ਫਰਕ ਆ ਕਿਉਂਕਿ ਕੇਜਰੀਵਾਲ ਸਾਹਿਬ ਨੇ ਵੀ ਦਰਬਾਰ ਲਾਇਆ। ਇਹ ਦਿੱਲੀ ਮਾਡਲ ਵਾਲਾ ਦਰਬਾਰ ਆ, ਇਹ ਜਨਤਾ ਦਰਬਾਰ ਨੇ। ਸੋ ਜੇ ਇਹਨੂੰ ਮੈਂ ਸੰਖੇਪ ਦੇ ਵਿੱਚ ਗੱਲ ਨੂੰ ਖਤਮ ਕਰਾਂ, ਇਹ ਦਿੱਲੀ ਮਾਡਲ ਨੂੰ ਹੂ-ਬਹੂ ਪੰਜਾਬ ਦੇ ਵਿੱਚ ਲਾਗੂ ਕਰਨ ਦੀਆਂ ਇੱਕ ਅਸਫਲ ਕੋਸ਼ਿਸ਼ਾਂ ਹੋਣਗੀਆਂ, ਅਸਫਲ ਕੋਸ਼ਿਸ਼ਾਂ ਹੋਣਗੀਆਂ ਜੋ ਕਦੇ ਵੀ ਸਫਲ ਨਹੀਂ ਹੋ ਸਕਦੀਆਂ। ਤੁਸੀਂ ਗੱਲ ਕਰਦੇ ਹੋ, ਇੱਕ ਮੰਤਰੀ ਸਾਹਿਬ ਤੁਹਾਡੇ ਗੱਲ ਕਰਦੇ ਨੇ ਕਿ ਮੈਂ ਆਪਣੀਆਂ ਸ਼ਾਮਲਾਟ ਜ਼ਮੀਨਾਂ ਛੁਡਾ ਲੈਣੀਆਂ, ਤੇ ਤੁਸੀਂ ਚੱਕੀ ਦੇ ਨਾਲ ਜਦੋਂ ਆਟਾ ਪੀ ਰਹੇ ਹੋ ਤੇ ਘੁੜ ਵੀ ਪੀਸੋਗੇ, ਮਤਲਬ ਕਿ ਗਰੀਬ ਵੀ ਮਾਰਿਆ ਜਾਊਗਾ। ਕੁਝ ਗਰੀਬ, ਬਹੁਤ ਗਰੀਬ ਮਾਰ ਵੀ ਚੰਗੀ ਹੋਊਗੀ। ਔਰ ਜਿਸ ਤਰੀਕੇ ਨਾਲ ਉਹ ਧਾਲੀਵਾਲ ਸਾਹਿਬ ਆਪਣੇ ਆਪ ਨੂੰ ਟਰੈਕਟਰਾਂ ਉੱਤੇ ਬਿਠਾ ਕੇ ਪੇਸ਼ ਕਰ ਰਹੇ ਨੇ ਕਿ ਮੈਂ ਕਿਸੇ ਨੂੰ ਛੱਡਣਾ ਨਹੀਂ, ਕੀ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ? ਕੀ ਇਹ ਉਹੀ ਚੀਜ਼ ਨਹੀਂ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਸੀ ਤੇ ਉਹਨਾਂ ਉੱਪਰ ਇਲਜ਼ਾਮ ਲੱਗੇ ਸੀ ਕਿ ਜਿਵੇਂ ਸਾਡੇ ਠੱਡੇ ਢਾ ਰਿਹਾ ਤੇ ਸਾਡੇ ਤੋਂ ਪੈਸੇ ਮੰਗ ਰਿਹਾ? ਗੱਲਾਂ ਨਿਕਲੀਆਂ ਸੀ, ਰਾਜਾ ਵੜਿੰਗ ਦੇ ਉੱਪਰ ਵੀ ਐਡੇ ਇਲਜ਼ਾਮ ਲੱਗੇ ਸੀ। ਤੇ ਕੀ ਆਪਾਂ ਧਾਲੀਵਾਲ ਸਾਹਿਬ ਨੂੰ ਵੀ ਲਾ ਲਈਏ ਕਿ ਉਹੀ ਰਸਤੇ ਤੇ ਚੱਲ ਰਹੇ ਨੇ? ਕਿਉਂਕਿ ਮੰਤਰੀ ਨੇ ਜੇ ਕੰਮ ਕਰਨਾ, ਉਹ ਆਪ ਕਿਉਂ, ਜਿਹੜਾ ਕੰਮ ਅਫਸਰਾਂ ਨੇ ਕਰਨਾ ਹੈਗਾ। ਦੇਖੋ, ਮੰਤਰੀ ਅਫਸਰ ਨਹੀਂ ਹੈਗਾ, ਉਹਦੇ ਕੋਲੇ ਉਹ ਡੀਸੀ ਵਾਲੀਆਂ ਪਾਵਰਾਂ ਨਹੀਂ ਹੈਗੀਆਂ, ਉਹਦੇ ਕੋਲੇ ਐਸਐਸਪੀ ਵਾਲੀਆਂ ਪਾਵਰਾਂ ਨਹੀਂ ਹੈਗੀਆਂ। ਮੰਤਰੀ ਹੱਥ ਵਿੱਚ ਪਿਸਤੌਲ ਫੜ ਕੇ ਹਵਾ 'ਚ ਫਾਇਰਿੰਗ ਨਹੀਂ ਕਰ ਸਕਦਾ। ਉਹ ਪਾਵਰ ਕਾਨੂੰਨ ਨੇ ਫੋਰਸਿਸ ਨੂੰ ਦਿੱਤੀ ਆ
ਸੋ ਜਿਹੜਾ ਫੋਰਸਿਸ ਵਾਲਾ ਕੰਮ ਆ, ਟਰੈਕਟਰ ਦੇ ਉੱਪਰ ਬੈਠ ਕੇ ਦੂਜੇ ਦੀ ਜ਼ਮੀਨ ਵਾਹੁਣੀ, ਤੁਸੀਂ ਕਬਜ਼ਾ ਲੈਣਾ, ਕਬਜ਼ਾ ਲਓ। ਜ਼ਮੀਨਾਂ ਵਾਹੁਣ ਦਾ ਕੀ ਮਤਲਬ? ਤੁਸੀਂ ਆਪਣੇ ਆਪ ਨੂੰ ਉਹੀ ਫਿਰ ਜਿਹੜੇ ਆਪਣੇ ਜਿਹੜੇ ਧਾੜਵੀ ਹੁੰਦੇ ਸੀ ਨਾ, ਧਾਲੀਵਾਲ ਧਾੜਵੀ ਬਹੁਤ ਮਸ਼ਹੂਰ ਰਹੇ ਨੇ, ਤੇ ਉਹੀ ਸਾਬਿਤ ਕਰਨਾ ਚਾਹ ਰਹੇ ਹੋ ਤੁਸੀਂ। ਪੁਰਾਣੀਆਂ ਜੜ੍ਹਾਂ ਨੂੰ ਆਪਣੀਆਂ ਨੂੰ ਹਰਾ ਕਰ ਰਹੇ ਹੋ। ਕੀ ਤੁਹਾਡੇ ਉੱਤੇ ਵੀ ਅਸੀਂ ਇਲਜ਼ਾਮ ਲਾ ਦਈਏ ਕਿ ਤੁਸੀਂ ਵੀ ਵੱਡੀਆਂ ਜ਼ਮੀਨਾਂ ਜਿਹੜੀਆਂ ਸ਼ਾਮਲਾਟਾਂ ਦੀਆਂ, ਪਿੰਡਾਂ ਦੀਆਂ ਨੇ, ਪਰ ਉਹ ਸ਼ਹਿਰਾਂ ਦੇ ਨੇੜੇ ਲੱਗ ਗਈਆਂ ਨੇ, ਕਿ ਉਹਨਾਂ ਤੇ ਨਜ਼ਰ ਰੱਖੀ ਬੈਠੀ ਆ ਆਪ ਸਰਕਾਰ ਜਾਂ ਮੰਤਰੀ ਸਾਹਿਬ? ਔਰ ਮੈਂ ਛੇਤੀ ਤੁਹਾਨੂੰ ਦੱਸ ਵੀ ਦਊਂਗਾ, ਅਜਨਾਲੇ ਦੇ ਨੇੜੇ 4 ਏਕੜ ਦੀ ਜ਼ਮੀਨ ਦਾ ਰੌਲਾ ਵੱਡਾ ਚੱਲ ਰਿਹਾ, ਉਹ ਸਾਹਮਣੇ ਆ ਵੀ ਜਾਊਗਾ ਕਿ ਉਹ ਕਿੱਡਾ ਵੱਡਾ, ਕਿੰਨੇ ਸੈਂਕੜੇ ਕਰੋੜਾਂ ਦੀ ਗੇਮ ਬਣਨ ਵਾਲੀ ਹੈਗੀ ਆ। ਉਹਦੇ ਵਿੱਚ ਵੀ ਮੰਤਰੀ ਸਾਹਿਬ ਦੇ ਹੱਥ ਨਿਕਲੇ ਆਉਣਗੇ। ਸੋ ਗੱਲ ਇਹ ਆ ਕਿ ਜਨਤਾ ਦਰਬਾਰ ਜੋ ਬਣ ਰਿਹਾ, ਜੋ ਲੱਗ ਰਿਹਾ, ਇਹ ਜਨਤਾ ਨੂੰ ਬੇਵਕੂਫ ਬਣਾਉਣ ਲਈ ਹੁੰਦਾ। ਇਹ ਜਨਤਾ ਦੇ ਮਸਲੇ ਹੱਲ ਕਰਨ ਲਈ ਨਹੀਂ ਹੁੰਦਾ। ਜਦੋਂ ਜਨਤਾ ਦੇ ਮਸਲੇ ਹੱਲ ਹੋਣਗੇ ਤਾਂ ਜਨਤਾ ਨੂੰ ਘਰੇ ਬੈਠੇ ਕੰਮ ਹੋਏ ਦੀ ਖਬਰ ਹੋ ਜਾਏਗੀ ਕਿ ਅੱਜ ਸਾਡਾ ਕੰਮ ਆ ਹੋ ਗਿਆ, ਸਾਡੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ। ਟਾਟਾ ਨੇ, ਅੰਬਾਨੀ ਨੇ, ਜਾਂ ਬਾਹਰੋਂ ਸਾਡੇ ਵਿਦੇਸ਼ੀ ਸਿੱਖ ਨੇ ਜਾਂ ਪੰਜਾਬੀ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਲਾਤੀ, ਜਾਂ ਆਈਟੀ ਇੰਡਸਟਰੀ ਦੇ ਨਾਲ ਬੈਕਅਪ ਦੇ ਨਾਲ ਬੰਦੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅੰਗਰੇਜ਼ੀ ਬੋਲਣੀ ਆਉਂਦੀ ਆ, ਚੰਗੀ ਕੰਪਿਊਟਰ ਆਉਂਦਾ ਹੈਗਾ, ਉਹਨਾਂ ਲਈ 30,000 ਦੀਆਂ ਮਹੀਨੇਵਾਰ ਦੀਆਂ ਨੌਕਰੀਆਂ ਪਈਆਂ ਨੇ। 2 ਲੱਖ ਨੌਕਰੀਆਂ ਨਿਕਲ ਆਈਆਂ ਉਹਨਾਂ ਦੀਆਂ। ਸਰਕਾਰ ਨੇ ਤਾਂ 26,000 ਕੱਢੀਆਂ ਨੇ, ਉਹ ਵੀ ਨਿਕਲ ਆਈਆਂ, ਆਜੋ ਲੈ ਲਓ। ਸੋ ਉਹ ਚੀਜ਼ਾਂ ਸਾਨੂੰ ਜਦੋਂ ਸੁਣਨ ਨੂੰ ਨਹੀਂ ਮਿਲ ਰਹੀਆਂ, ਤੇ ਸਰਕਾਰ ਦੇ ਦਿਨ ਪੂਰੇ ਹੋ ਰਹੇ ਨੇ, 50 ਦਿਨ ਪੂਰੇ ਹੋ ਗਏ। 50 ਦਿਨ ਦੇ ਉੱਤੇ ਕੀ ਦਿੱਤਾ ਮੁੱਖ ਮੰਤਰੀ ਸਾਹਿਬ ਨੇ? ਦਿੱਤਾ ਕੋਈ ਮੁੱਖ ਮੰਤਰੀ ਨੇ ਪੰਜਾਬ ਨੂੰ ਦਿੱਤਾ? ਕਪਿਲ ਸ਼ਰਮੇ ਵਾਲੀ ਗੱਲ, ਬਾਬਾ ਜੀ ਕਾ ਠੁੱਲੂ। ਸੋ ਹੁਣ ਇਹ ਜਨਤਾ ਦਰਬਾਰ ਵੀ ਕੀ ਸਾਬਤ ਹੋਵੇਗਾ? ਬਾਬਾ ਜੀ ਕਾ ਠੁੱਲੂ। 100 ਦਿਨ ਹੋ ਜਾਣਗੇ ਸਰਕਾਰ ਨੂੰ, ਆਹੀ ਕੁਝ ਚੱਲੀ ਜਾਣਾ। ਕਿਉਂਕਿ ਸਰਕਾਰ, ਮੈਨੂੰ ਪਤਾ ਕਿ ਭਗਵੰਤ ਮਾਨ ਚਾਹੁੰਦਾ ਹੈਗਾ ਕਿ ਮੈਂ ਪੰਜਾਬ ਦੇ ਲਈ ਕੁਝ ਕਰਾਂ, ਸਾਨੂੰ ਉਹਦੀ ਇੱਛਾ ਦੇ ਉੱਪਰ ਕੋਈ ਸ਼ੱਕ ਨਹੀਂ, ਉਹਦੀ ਇਮਾਨਦਾਰੀ ਦੇ ਉੱਪਰ ਕੋਈ ਸ਼ੱਕ ਨਹੀਂ। ਪਰ ਬੇਬਸੀ ਦਾ ਆਲਮ ਜੋ ਹੈਗਾ ਉਹਦਾ, ਉਹ ਸਮਝ ਰਹੇ ਆ ਕਿ ਆਈਐਸ ਬਾਬੂ, ਆਈਪੀਐਸ ਲੌਬੀ ਉਹਦੇ ਹੱਥ ਵਿੱਚ ਨਹੀਂ ਹੈ, ਉਹਦੇ ਕਹਿਣੇ ਵਿੱਚ ਨਹੀਂ ਹੈ। ਔਰ ਹੌਲੀ ਹੌਲੀ ਅਸੀਂ ਕੀ ਦੇਖ ਰਹੇ ਹਾਂ ਕਿ ਮੰਤਰੀ ਵੀ ਕੁਝ ਬਾਗੀ ਹੋਣ ਲੱਗ ਪਏ ਨੇ, ਜਿਵੇਂ ਉਹਨਾਂ ਦੀਆਂ ਡੋਰਾਂ ਵੀ ਸਿੱਧੀਆਂ ਦਿੱਲੀ ਨਾਲ ਜੁੜ ਚੁੱਕੀਆਂ ਹੁੰਦੀਆਂ ਨੇ। ਸੰਧਵਾ ਸਾਹਿਬ ਉਹਨੂੰ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਜਾ ਰਹੇ ਨੇ। ਕਿਉਂ ਬਈ, ਤੈਨੂੰ ਕੀ ਲੋੜ ਪਈ ਆ ਕਿ ਮਤਲਬ ਕੋਈ ਬਹੁਤ ਜ਼ਰੂਰੀ ਰਿਸ਼ਤੇਦਾਰੀ ਪੈਂਦੀ ਆ ਤੁਹਾਡੀ ਵੀ ਮਿਲਣ ਗਿਆ ਮੈਂ? ਮਤਲਬ ਇੱਕ ਤੁਸੀਂ ਕਦੇ ਸੁਣਿਆ ਤੁਸੀਂ ਵੀ ਸਪੀਕਰ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਡੈਲੀਗੇਸ਼ਨ ਤੋਂ ਗਿਆ, ਰਾਸ਼ਟਰਪਤੀ ਕੋਲ ਚਲੇ ਗਏ? ਮਰਜ਼ੀਆਂ ਹੋ ਰਹੀਆਂ ਨੇ। ਸੋ ਆਪ ਮੁਹਾਰੇ ਜਦੋਂ ਸਰਕਾਰਾਂ ਚੱਲ ਪੈਣ ਤਾਂ ਕੋਈ ਲੜਾਈ ਜਿੱਤੀ ਨਹੀਂ ਜਾਂਦੀ। ਸੁਖਵਿੰਦਰ ਜੀ ਜੀ ਸਮਝ। ਅਗਲੀ ਗੱਲ ਜਿਹੜੀ ਹੈ, ਖਜ਼ਾਨੇ 'ਚ ਪੈਸੇ ਤਾਂ ਹੈ ਨਹੀਂ ਕਹਿੰਦੇ, ਭਾਵੇਂ ਇਹ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਣ। ਪੀਆਰਟੀਸੀ ਦਾ, ਸਰਕਾਰੀ ਟਰਾਂਸਪੋਰਟ ਦਾ ਕਹਿੰਦੇ ਧੂੰਆਂ ਨਿਕਲਿਆ ਹੋਇਆ। ਲੋਕਾਂ ਨੇ ਤਾਂ ਮੁਫਤ ਬੱਸ ਸਫ਼ਰ ਮੰਗਿਆ ਨਹੀਂ ਸੀ, ਔਰਤਾਂ ਨੇ, ਕੈਪਟਨ ਸਾਹਿਬ ਦੇ ਗਏ। ਤੇ ਹੁਣ ਸੱਪ ਦੇ ਕੋੜ ਕਿਰਲੀ ਵਾਲਾ ਕੰਮ ਹੈ, ਨਾ ਇਹ ਫੈਸਲਾ ਵਾਪਸ ਲੈਂਦੇ ਨੇ। ਪੈਨਸ਼ਨਰ ਹਾਹਾਕਾਰ ਮਚਾਈ ਬੈਠੇ ਨੇ, ਤਨਖਾਹਾਂ ਮਿਲ ਨਹੀਂ ਰਹੀਆਂ। 130 ਕਰੋੜ ਦਾ ਬਕਾਇਆ ਤਕਰੀਬਨ ਦੱਸਿਆ ਜਾ ਰਿਹਾ, ਜਿਹੜਾ ਪੀਆਰਟੀਸੀ ਦਾ ਸਰਕਾਰ ਵੱਲ ਖੜਾ ਆ। ਮੇਰੇ ਯਾਦ ਆ ਬਾਬਾ ਜੀ, ਮੈਂ ਉਦੋਂ ਸਪੋਕਸਮੈਨ ਅਖਬਾਰ ਵਿੱਚ ਮੁੱਖ ਸੰਪਾਦਕ ਹੁੰਦਾ ਸੀ। ਉਦੋਂ ਨਰੰਗ ਸਾਹਿਬ ਲੱਗੇ ਸੀ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ। ਉਦੋਂ ਪੀਆਰਟੀਸੀ ਦਾ ਇਦੋਂ ਵੀ ਮਾੜਾ ਹਾਲ ਸੀ, ਔਰ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਸੀ ਉਹ ਪੂਰੇ ਪੈਸੇ ਕਮਾ ਰਹੀਆਂ ਸੀ, ਜੋ ਖਬਰਾਂ ਵਿੱਚ ਆਉਂਦਾ ਸੀ। ਨਰੰਗ ਸਾਹਿਬ ਨੇ ਐਸੀ ਮੁਸਤੈਦੀ ਨਾਲ ਕੰਮ ਚੱਕਿਆ ਕਿ ਦਿਹਾੜੀ ਦਾ 1.5 ਕਰੋੜ ਤੱਕ ਮਤਲਬ ਪੈਸਾ ਇਕੱਠਾ ਹੋਣ ਲੱਗ ਗਿਆ ਸੀ। ਜਿਹੜੇ ਪੈਨਸ਼ਨਾਂ ਸਾਲਾਂ ਤੋਂ ਰੁਕੀਆਂ ਸੀ, ਉਹ ਪੈਨਸ਼ਨਾਂ ਵੀ ਦੂਜੇ ਤੀਜੇ ਮਹੀਨੇ ਦੇਣ ਲੱਗ ਗਏ ਸੀ। ਏਰੀਅਰ ਹੋਰ ਫੰਡ ਡਿਵੈਲਪਮੈਂਟ ਵੀ ਹੋਈ, ਨਵੀਆਂ ਬੱਸਾਂ ਵੀ ਪਈਆਂ। ਗੱਲ ਹੁੰਦੀ ਆ ਅਫਸਰ ਦੀ ਮੁਸਤੈਦੀ ਤੇ ਪੋਲੀਟੀਕਲ ਵਿਲ ਦੀ। ਤੁਸੀਂ ਔਰਤਾਂ ਨੂੰ ਫ੍ਰੀ ਸਫ਼ਰ ਕਰਨਾ ਕਰਾਓ, ਕੋਈ ਚੱਕਰ ਨਹੀਂ, ਕੋਈ ਫਰਕ ਨਹੀਂ ਪੈਂਦਾ। ਗੱਲ ਇਹ ਆ ਕਿ ਜਿਹੜੀ ਲੀਕੇਜ ਹੋਣ ਲੱਗ ਗਈ। ਹਲੇ ਤੱਕ ਜਿਹੜੇ ਟਰਾਂਸਪੋਰਟ ਮੰਤਰੀ ਬਣੇ ਨੇ, ਰਾਜਾ ਵੜਿੰਗ ਨੇ ਕੀ ਇਨੀਸ਼ੀਏਟਿਵ ਲਏ ਸੀ? ਮੈਂ ਕਹਿੰਦਾ ਜਿਹੜੀਆਂ ਟੈਕਨੀਕ ਮੂਲ ਗੱਲਾਂ ਨੇ ਨਾ, ਕਿ ਉਹਦਾ ਕਾਰਨ ਕੀ ਸੀਗਾ, ਜਿਹੜਾ ਬੱਸਾਂ ਨਰੰਗ ਦੇ ਵੇਲੇ ਕਿਉਂ ਕਾਮਯਾਬ ਰਹੀਆਂ। ਨਰੰਗ ਸਾਹਿਬ ਦੀ ਕਲੈਕਸ਼ਨ ਲਾ ਲਓ ਤੇ ਇਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਦੇ ਸਫ਼ਰ ਲਾ ਲਓ, ਉਹ ਤੁਹਾਨੂੰ ਚੈੱਕ ਕਰ ਲਓ ਅੰਕੜੇ, ਪੀਆਰਟੀਸੀ ਤੁਹਾਨੂੰ ਫਾਇਦੇ ਵਿੱਚ ਦਿਖੇਗੀ। ਕਿਉਂ ਬਈ, ਨਰੰਗੀ ਮਾਂ ਨੇ ਇਕੱਲਾ ਜੰਮਿਆ ਸੀ ਐਸਾ ਕਿ ਜਿਹੜਾ ਪੀਆਰਟੀਸੀ ਨੂੰ ਫਾਇਦੇ 'ਚ ਕਰ ਗਿਆ? ਮੁੜ ਕੇ ਕੋਈ ਪੁੱਤ ਜੰਮੇ ਹੀ ਨਹੀਂ ਮਾਂ ਨੇ ਜਿਹੜਾ ਪੀਆਰਟੀਸੀ ਨੂੰ ਫਾਇਦੇ 'ਚ ਕਰ ਸਕੇ। ਗੱਲ ਤਾਂ ਇਹ ਆ ਕਿ ਪ੍ਰੋਪਰ ਜਿਹੜੀ ਲੀਕੇਜ ਹੋ ਰਹੀ ਆ, ਜਿਹੜੀਆਂ ਪਾਲਿਸੀਜ਼ ਬਣਨੀਆਂ ਚਾਹੀਦੀਆਂ। ਅੱਜ ਤੁਸੀਂ ਮੈਨੂੰ ਦੇਖੋ, ਗਰਮੀ ਇੰਨੀ ਪੈ ਰਹੀ ਆ,
ਲੋਕ ਦਿਨੇ ਸਫ਼ਰ ਕਰਕੇ ਰਾਜੀ ਨਹੀਂ ਹੈਗੇ। ਪਰ ਕੀ ਇਹਨਾਂ ਨੇ ਸ਼ੁਰੂ ਕੀਤੀਆਂ? ਤੁਸੀਂ ਤੜਕੇ 5 ਵਜੇ ਤੋਂ 4 ਵਜੇ ਤੋਂ 3 ਵਜੇ ਤੋਂ ਲੈ ਕੇ ਰਾਤ ਦੀ ਸਰਵਿਸ ਸ਼ੁਰੂ ਕਰ ਲਓ, ਜਿਹੜੀ ਅਰਲੀ ਮਾਰਨਿੰਗ ਚੱਲੇ ਤੇ ਲੇਟ ਨਾਈਟ ਚੱਲੇ, ਪੰਜਾਬ ਦੇ ਵਿੱਚ ਹੈ ਹੀ ਨਹੀਂ। ਉਹ ਜ਼ਿਆਦਾ ਕਾਮਯਾਬ ਰਹੂਗੀ। ਮਤਲਬ ਰਿਸਰਚ ਨਹੀਂ ਹੈਗੀ। ਹੁਣ ਤੁਸੀਂ ਗੱਲ ਲਾ ਲਓ, ਕਣਕ ਦਾ ਝਾੜ ਆਇਆ ਮੰਡੀਆਂ ਵਿੱਚ, ਸਾਨੂੰ ਪਹਿਲੇ 2 ਦਿਨਾਂ ਵਿੱਚ ਪਤਾ ਲੱਗ ਗਿਆ ਸੀ ਕਿ ਕਣਕ ਦਾ ਝਾੜ ਗਿਆ, ਡਿੱਗ ਪਏ, ਸਰਕਾਰ ਤੋਂ ਉਨੀ ਖਰੀਦ ਨਹੀਂ ਹੋਣੀ ਜਿਹਨੇ ਟਾਰਗੇਟਸ ਨੇ। ਇਹਨਾਂ ਨੇ ਕੋਈ ਫੈਸਲਾ ਲਿਆ? ਇਹਨਾਂ ਨੇ ਉਹ ਤੂੜੀ ਨੂੰ ਰੋਕਿਆ ਕਿ ਨਾ ਫੂਕੋ, ਇਹ ਤਾਂ ਮੁੱਲ ਦੀ ਚੀਜ਼ ਆ, ਬੜੀ ਮਹਿੰਗੀ ਜਾ ਸਕਦੀ ਹੈ? ਨਹੀਂ, ਅੱਗਾ ਲੱਗ ਜਾਣ ਦਿੱਤੀ ਆ। ਔਰ ਕਿਸਾਨਾਂ ਨੇ ਅੱਗਾ ਵੀ ਐਸਾ ਮਤਲਬ ਲਾਂਝਾ ਜੋਰੋ ਜੋਰੀ ਹੋ ਕੇ ਕਿ ਉਹ ਵਿਚਾਰੀ ਇੱਕ ਬੱਚੀ ਝੁਲਸ ਕੇ ਮਰ ਗਈ। ਕਿ ਅੱਜ ਕਿਸਾਨ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਦੇਵਤਾ ਲੱਗ ਰਿਹਾ ਸੀ, ਅੱਜ ਦੈਤ ਨਹੀਂ ਲੱਗ ਰਿਹਾ। ਇੱਕ ਲਾਲਚ ਦੇ ਲਈ ਤੁਸੀਂ ਇੱਕ 100 ਰੁਪਏ ਪਿੱਛੇ ਇੱਕ ਬੱਚੀ ਮਾਰਤੀ। 100 ਰੁਪਏ ਏਕੜ, 1000 ਰੁਪਏ ਏਕੜ ਹੀ ਮੰਗਦੇ ਆ ਨਾ, ਤੇ 1000 ਰੁਪਇਆ ਏਕੜ ਕਿਸੇ ਦੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਸੋ ਗੱਲ ਦੇਖਣਾ ਪਵੇਗਾ ਕਿ ਅਸੀਂ ਆਪਣੇ ਲਾਲਚ ਦੇ ਵਿੱਚ ਗੈਰ ਮਨੁੱਖੀ ਹੱਥਕੰਡੇ ਅਪਣਾ ਰਹੇ ਹਾਂ। ਉਹਦੇ ਵਿੱਚ ਕਿਸਾਨੀ ਵੀ ਪਿੱਛੇ ਨਹੀਂ ਹੈਗੀ। ਕਿਸਾਨੀ ਵੀ ਉਨੀ ਭ੍ਰਿਸ਼ਟ ਆ ਜਿੰਨੇ ਬਾਕੀ ਸਰਕਾਰ ਦੇ ਬਾਬੂ ਭ੍ਰਿਸ਼ਟ ਨੇ। ਬਾਬੂ ਭ੍ਰਿਸ਼ਟ ਨੇ ਤਾਂ ਕਿਸਾਨੀ ਭ੍ਰਿਸ਼ਟ ਆ, ਜਾਂ ਕਿਸਾਨੀ ਭ੍ਰਿਸ਼ਟ ਆ ਤਾਂ ਬਾਬੂ ਭ੍ਰਿਸ਼ਟ ਨੇ। ਇਹ ਤਾਂ ਉਹ ਆ ਕੇ ਮੁਰਗੀ ਨੇ ਆਂਡਾ ਪਹਿਲਾਂ ਦਿੱਤਾ, ਜਾਂ ਆਂਡੇ ਚੋਂ ਮੁਰਗੀ ਪਹਿਲਾਂ ਆਂਡਾ ਆਇਆ ਜਾਂ ਪਹਿਲਾਂ ਮੁਰਗੀ ਆਈ, ਇਹ ਉਹ ਸਵਾਲ ਆ। ਪਰ ਗੱਲ ਮੁੱਕਦੀ ਇਹ ਆ ਕਿ ਸਾਡਾ ਸਮਾਜ ਨਿਗਰਿਆ ਹੋਇਆ। ਸਾਡੇ ਸਮਾਜ ਨੂੰ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪੈਣਾ। ਸਰਕਾਰਾਂ ਤੋਂ ਅਸੀਂ ਆਸਾਂ ਰੱਖਦੇ ਹਾਂ ਕਿ ਉਹ ਇਮਾਨਦਾਰ ਹੋ ਜਾਣ, ਪਰ ਅਸੀਂ ਲੱਭਦੇ ਫਿਰਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਮੰਤਰੀ ਬਣੇ, ਇਹਨਾਂ ਦੇ ਕੋਈ ਰਿਸ਼ਤੇਦਾਰ, ਕੋਈ ਹੀਲੇ ਲੱਭ ਜਾਣ ਤਾਂ ਕਿ ਸਾਡੇ ਕੰਮ ਕਰਵਾ ਸਕਣ। ਕੰਮ ਤਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਉਵੇਂ ਕਰਵਾਈਏ, ਤੇ ਗੱਲਾਂ ਤੁਸੀਂ ਭਾਲਦੇ ਹੋ ਕਿ ਇਮਾਨਦਾਰੀ ਦੀਆਂ ਹੋ ਜਾਣ। ਇਹ ਦੋ ਚੀਜ਼ਾਂ ਕਦੇ ਨਹੀਂ ਚੱਲਦੀਆਂ ਹੁੰਦੀਆਂ। ਜਾਂ ਤੁਸੀਂ ਚੋਰਾਂ ਦੇ ਨਾਲ ਚੱਲੋ ਤੇ ਫਿਰ ਉਹੋ ਜਿਹੇ ਰਹੋਗੇ, ਜੇ ਸਾਧ ਨਾਲ ਚੱਲਣਾ ਫਿਰ ਤਾਂ ਖੈਰ ਦੀ ਜੇ ਬੰਦਗੀ ਆਏਗੀ। ਫਿਰ ਬਾਬਾ ਜੀ ਖਜ਼ਾਨਾ ਨਾਮ ਦਾ ਦਿੰਦੇ ਨੇ, ਸੋਨੇ ਦਾ ਨਹੀਂ ਦਿੰਦੇ ਹੈਗੇ। ਨਾਮ ਦੇ ਖਜ਼ਾਨੇ 'ਚ ਇਮਾਨਦਾਰੀ ਆਉਂਦੀ ਆ। ਇਮਾਨਦਾਰੀ ਭ੍ਰਿਸ਼ਟ ਸਮਾਜ ਨੂੰ ਖਤਮ ਕਰਕੇ ਇੱਕ ਨਰੋਆ ਸਮਾਜ ਸਿਰਜਣ ਦੀ ਸੇਧ ਦਿੰਦੀ ਆ, ਜਿਹਦੇ ਵੱਲ ਸਾਡਾ ਸਮਾਜ ਤੁਰਨ ਨੂੰ ਰਾਜੀ ਨਹੀਂ ਹੈ। ਸਮਝ ਸਾਹਿਬ, ਖਬਰ ਤੁਸੀਂ ਸੁਣੀ ਹੋਣੀ ਕਿ ਰਾਤ ਤੁਸੀਂ ਜਦੋਂ ਕਿਸਾਨਾਂ ਦੀ ਗੱਲ ਕਰ ਰਹੇ ਹੋ, ਮੇਰੇ ਚੇਤੇ ਆਇਆ ਕਿ ਰਾਮਪੁਰਾ ਫੂਲ ਦੇ ਲਾਗੇ ਕੋਈ ਫੈਕਟਰੀ ਲੱਗਣੀ ਹੈ, ਉੱਤੇ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਵਾਲੇ ਉਹ ਆਮੋ ਸਾਹਮਣੇ ਹੋ ਗਏ। ਕੋਈ ਕਹਿੰਦਾ ਕਿ ਬਾਇਓ ਪਲਾਂਟ ਲੱਗਣਾ, ਕੋਈ ਕਹਿ ਰਿਹਾ ਕਿ ਉੱਥੇ ਜੀ ਕੂੜਾ ਕਰਕਟ ਨੂੰ ਵੇਸਟੇਜ ਦਾ ਉੱਥੇ ਡਿਸਪੋਜ਼ ਆਫ ਕਰਨਾ ਆ, ਇਸ ਕਰਕੇ ਬਿਮਾਰੀਆਂ ਫੈਲ ਸਕਦੀਆਂ। ਕਿਸਾਨ ਇਹ ਕਹਿੰਦੇ ਨੇ, ਪਿੰਡ ਵਾਲੇ ਕਹਿੰਦੇ ਕਿ ਲੱਗਣੀ ਚਾਹੀਦੀ ਹੈ। ਇਹ ਮਸਲਾ ਕੀ ਹੈ ਆਖਰਕਾਰ? ਕਿਉਂਕਿ ਰੁਜ਼ਗਾਰ ਦੀ ਤਾਂ ਤਲਾਸ਼ ਹਰ ਇੱਕ ਨੂੰ ਹੈਗੀ ਆ। ਮਸਲਾ ਬੇਰੁਖੀ ਦਾ ਨਹੀਂ ਹੈਗਾ, ਮਸਲਾ ਐਕਚੁਅਲੀ ਵਿੱਚ ਅਗਿਆਨਤਾ ਦਾ। ਸਾਡਾ ਜਿਹੜਾ ਸਮਾਜ ਆ ਨਾ, ਜਿਨ੍ਹਾਂ ਨੇ 92 ਵੋਟਾਂ ਪਾ ਕੇ ਇੱਕ ਧੜਾ ਖੜਾ ਕਰਤਾ, ਜਿਹਦੇ ਵਿੱਚ ਵਿਰੋਧੀ ਧਿਰ ਲਈ ਕੋਈ ਥਾਂ ਹੀ ਨਹੀਂ ਹੈਗੀ, ਇਹ ਵੀ ਅਗਿਆਨਤਾ ਦੀ ਨਿਸ਼ਾਨੀ ਆ। ਅੱਜ ਉਹਨੂੰ ਭੁਗਤ ਰਹੇ ਹਾਂ ਅਸੀਂ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੈਕਟਰੀ ਲੱਗ ਕਾਹਦੀ ਰਹੀ ਆ, ਕਿਸ ਤਰ੍ਹਾਂ ਦੀ ਇੰਪਲੋਇਮੈਂਟ ਜਨਰੇਟ ਹੋਏਗੀ। ਮਤਲਬ ਸਿੱਧਾ ਧਰਨਾ ਦੇਤਾ ਜਾ ਕੇ ਕਿ ਨਹੀਂ ਲੱਗਣ ਦੇਣੀ, ਔਰ ਪੰਚਾਇਤ ਕਹਿ ਰਹੀ ਹੈ ਕਿ ਲੱਗਣ ਦੇਣੀ ਆ। ਡੈਫੀਨੇਟਲੀ ਪੰਚਾਇਤ ਦਾ ਜਿਹੜਾ ਸਰਪੰਚ ਆ ਉਹਨੇ ਤਾਂ ਉਹੀ ਕਰਨਾ ਜੋ ਡਿਪਟੀ ਕਮਿਸ਼ਨਰ ਕਹੇਗਾ। ਉਹ ਉਹਦੇ ਤੋਂ ਬਾਹਰ ਨਹੀਂ ਹੈਗਾ, ਕਿਉਂਕਿ ਉਹਦੀ ਸਰਪੰਚੀ ਖੜੀ ਡਿਪਟੀ ਕਮਿਸ਼ਨਰ ਦੀ ਮਿਹਰਬਾਨੀ ਦੇ ਉੱਤੇ ਆ। ਸੋ ਗੱਲਾਂ ਇਹ ਨੇ ਕਿ ਜਿਹੜੀ ਇਹ ਇੰਡਸਟਰੀ ਆ, ਸਾਨੂੰ ਪੰਜਾਬ ਨੂੰ ਚਾਹੀਦੀ ਆ, ਇੰਡਸਟਰੀ ਚਾਹੀਦੀ ਆ। ਬੇਰੁਜ਼ਗਾਰੀ ਦੂਰ ਤਾਂ ਹੀ ਹੋਏਗੀ, 4 ਬੰਦੇ ਨੌਕਰੀ ਤੇ ਲੱਗ ਜਾਣਗੇ। ਜੇ ਮੰਨ ਲਓ ਕਿ ਉਹ ਪਲਾਂਟ ਵੀ ਲੱਗ ਰਿਹਾ ਜਿਸਨੇ ਗੰਦ ਨੂੰ ਸਫਾਈ ਕਰਨੀ ਹੈ, ਮੈਨੂੰ ਪਤਾ ਵੀ ਜੇ ਉਹ ਗੰਦ ਵਾਲਾ ਪਲਾਂਟ ਵੀ ਲੱਗ ਰਿਹਾ, ਉਹਦੇ ਵਿੱਚ ਵੀ ਤਾਂ ਰੁਜ਼ਗਾਰ ਆ ਰਿਹਾ। ਤੁਸੀਂ ਇਹ ਇਨਸ਼ੋਰ ਕਰਾਓ ਕਿ ਉਹਦੇ ਵਿੱਚੋਂ ਮੁਸ਼ਕ ਨਾ ਆਵੇ। ਤੁਸੀਂ ਕਦੇ ਜਿਹੜੇ ਉਹ ਆਪਣੀ ਬਣਦੀ ਹੈ ਨਾ, ਖਾਦ ਬਣਦੀ ਹੈ ਨਰਸਰੀਆਂ ਦੇ ਲਈ, ਗੋਹੇ ਤੋਂ ਬਣਦੀ ਆ, ਉਹਦੇ ਪਲਾਂਟ ਵਿੱਚ ਜਾਇਓ। ਉਹ ਗੋਹੇ ਚੋਂ ਨਹੀਂ, ਮੈਸਾਂ ਦੇ ਗੋਹੇ ਚੋਂ ਕਿੰਨਾ ਮੁਸ਼ਕ ਆਉਂਦਾ ਹੁੰਦਾ, ਲੇਕਿਨ ਉਹ ਪਲਾਂਟ ਵਿੱਚ ਜਾ ਕੇ ਖੜਦੇ ਆ, ਉੱਥੇ ਸਮੈਲ ਨਹੀਂ ਆਉਂਦੀ ਹੁੰਦੀ। ਸਹੀ ਟ੍ਰੀਟਮੈਂਟ ਹੋਵੇ, ਸਹੀ ਤਰੀਕੇ ਨਾਲ ਚੀਜ਼ਾਂ ਕੀਤੀਆਂ ਜਾਣ, ਇਮਾਨਦਾਰੀ ਹੋਵੇ ਤਾਂ ਸਾਰਾ ਕੁਝ ਹੋ ਸਕਦਾ। ਉੱਥੇ ਹੁਣ ਕਿਸਾਨ ਜਥੇਬੰਦੀਆਂ ਉੱਪਰ ਵੀ ਤਾਂ ਮਾਫੀਆ ਹੋਣ ਦੇ ਇਲਜ਼ਾਮ ਲੱਗਦੇ ਰਹੇ ਨੇ। ਅੱਜ ਵੀ ਗੱਲਾਂ ਹੁੰਦੀਆਂ ਨੇ ਕਿ ਜੇ ਦਿੱਲੀ ਦੀ ਬਰੂਹਾਂ ਤੇ ਸਾਲ ਤੋਂ ਵੱਧ ਕਿਸਾਨੀ ਮੋਰਚੇ ਚੱਲੇ ਨੇ ਤੇ ਜਿਹੜੇ ਪੈਸੇ ਬਾਹਰੋਂ ਆਏ ਨੇ ਉਹਨਾਂ ਦਾ ਹਿਸਾਬ ਦੇਣ ਵਿੱਚ ਜਿਹੜੇ ਵੱਡੇ ਵੱਡੇ ਕਿਸਾਨੀ ਪ੍ਰਧਾਨ ਨੇ, ਚਾਹੇ ਉਹ ਰਾਜੇਵਾਲ ਆ ਚਾਹੇ ਹੋਰ ਨੇ, ਉਹ ਹਿਸਾਬ ਦੇਣ ਵਿੱਚ ਹਲੇ ਵੀ ਸਮਰੱਥ ਨਹੀਂ ਹੋਏ, ਉਹ ਦੇ ਨਹੀਂ ਸਕੇ, ਉਹ ਭੱਜ ਰਹੇ ਨੇ। ਸੋ ਫਿਰ ਸਵਾਲ ਤਾਂ ਕਿਸਾਨੀ ਜਥੇਬੰਦੀਆਂ ਦੇ ਉੱਪਰ ਵੀ ਨੇ। ਔਰ ਅੱਜ ਕਿਸਾਨੀ ਜਥੇਬੰਦੀਆਂ ਦੀ ਲੜਾਈ ਸਾਹਮਣੇ ਆ, ਫੁੱਟ ਸਾਹਮਣੇ ਆ ਰਹੀ ਆ। ਹੋ ਸਕਦਾ ਉਹਦਾ ਕਾਰਨ ਉਹੀ ਭੰਡਾਰ ਹੋਵੇ ਜਿਹੜਾ ਆਪਣਾ ਬਾਹਰੋਂ ਆਇਆ ਹੋਇਆ, ਨੋਟਾਂ ਦਾ ਭੰਡਾਰ। ਲੜਾਈ ਹੋਰ ਕਾਸੇ ਪਿੱਛੇ ਹੋ ਰਹੀ ਹੋਵੇ,
ਲੇਕਿਨ ਸਾਨੂੰ ਦਿਖਾਇਆ ਜਾ ਰਿਹਾ ਮਤਭੇਦ ਵਿਚਾਰਾਂ ਦਾ। ਸੋ ਗੱਲਾਂ ਸਵਾਲ ਬੜੇ ਨੇ। ਮੈਂ ਕੋਈ ਇਹ ਨਹੀਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਰਿਹਾ, ਪਰ ਮੈਂ ਕਹਿ ਰਿਹਾ ਕਿ ਜਦੋਂ ਧੂਆਂ ਉੱਠਦਾ ਨਾ ਸੁਖਵਿੰਦਰ ਜੀ, ਤਾਂ ਉਦੋਂ ਕਨਸੋ ਹੁੰਦੀ ਆ ਕਿ ਅੱਗ ਹੈਗੀ ਆ ਇੱਥੇ, ਕਿਉਂਕਿ ਅੱਗ ਦਾ ਜਨਮ ਹੁੰਦਾ ਤਾਂ ਹੀ ਧੂਆਂ ਉੱਠਦਾ। ਭਾਂਬੜ ਕਦੋਂ ਮਚਦਾ ਹੈਗਾ ਉਹ ਸਮਾਂ ਦੱਸਦਾ, ਲੇਕਿਨ ਅੱਗ ਨੇ ਜਨਮ ਲੈ ਲਿਆ ਤੇ ਧੂਏ ਉੱਠਣ ਲੱਗ ਗਏ ਨੇ। ਸੋ ਧੂਏ ਵਿੱਚੋਂ ਤੁਹਾਨੂੰ ਦੇਖਣਾ ਪਵੇਗਾ ਕਿੰਨੀ ਦੇਰ ਧੂਆਂ ਉੱਠੇਗਾ ਔਰ ਕਦੋਂ ਅੱਗ ਭਾਂਬੜ ਫੜਦੀ ਆ। ਇਹ ਚੀਜ਼ਾਂ ਦੇਖਣ ਵਾਲੀਆਂ। ਸਮਝ ਸਾਹਿਬ, ਇੱਕ ਜਿਹੜੀ ਆਪਾਂ ਪੰਚਾਇਤੀ ਜ਼ਮੀਨਾਂ ਦੀ ਗੱਲ ਕਰ ਰਹੇ ਸੀ, ਕਈ ਥਾਂ ਤੋਂ ਕਬਜ਼ੇ ਛੁਡਾ ਰਹੇ ਨੇ, ਚਰਚਾ ਉਹਨੂੰ ਵੀ ਲੈ ਕੇ ਆ। ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਤੁਸੀਂ ਜਿਹੜੇ SC-BC ਭਾਈਚਾਰੇ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕਬਜ਼ੇ ਨੇ ਉੱਤੇ ਕਾਬਜ਼ ਰਹਿਣ ਦੋ, ਵੱਡਿਆਂ ਨੂੰ ਹੱਥ ਪਾਓ ਜਾ ਕੇ। ਵਿਜੇ ਸਾਂਪਲਾ ਹੋਰੀ ਜਿਹੜੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਨੇ ਵੀ ਆ ਕੇ ਜਿਹੜਾ ਪ੍ਰੈਸ ਕਾਨਫਰੰਸ ਦੌਰਾਨ ਇਹ ਕਿਹਾ ਕਿ ਅਸੀਂ ਇਹਨਾਂ ਲੋਕਾਂ ਦੇ ਉਜਾੜੇ ਦੀ ਜਿਹੜੀ ਹੈ ਉਹ ਸਰਕਾਰ ਨੂੰ ਅੱਗੇ ਨਹੀਂ ਵਧਣ ਦੇਵਾਂਗੇ। ਧਾਲੀਵਾਲ ਸਾਹਿਬ ਨੇ, ਸਾਡੇ ਰੈਵਨਿਊ ਮਿਨਿਸਟਰ, ਆਪਣੇ ਸੌਰੀ RD ਮਿਨਿਸਟਰ, ਰੂਰਲ ਡਿਵੈਲਪਮੈਂਟ ਮਿਨਿਸਟਰ, ਉਹ ਬਾਦਲ ਸਾਹਿਬ ਦੀ ਕੋਠੀ ਬਣੀ ਹੋਈ ਆ ਸਿਸਮਾ ਦੇ ਵਿੱਚ, ਅਮਰਿੰਦਰ ਸਿੰਘ ਦੀ ਵੀ ਕੋਠੀ ਬਣੀ ਆ ਸਿਸਮਾ ਦੇ ਵਿੱਚ। ਫੋਰੈਸਟ ਦੀ ਲੈਂਡ ਆ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ, ਦਿਓ ਕਾ ਖਾਲੀ ਕਰਾ ਕੇ। ਗਰੀਬ ਨੂੰ ਮਿੱਧੀ ਜਾਂਦੇ ਹੋ ਤੁਸੀਂ, ਸ਼ਰਮ ਕਰ ਲਓ, ਥੋੜੀ ਜਿਹੀ ਕਰ ਲਓ, ਕੰਧ ਨੂੰ ਤਾਂ ਹੱਥ ਪਾ ਕੇ ਦਿਖਾ ਦਿਓ। ਕੁਨਬਾ ਪ੍ਰਸਤੀ ਹਰ ਪਾਸੇ ਕਿੰਨੀ ਕੁ ਦੇਰ ਚੱਲੂਗੀ? ਗਰੀਬ ਨੂੰ ਤੁਸੀਂ ਜੇ ਮਤਲਬ ਕੋਈ ਆਪਣਾ SC-BC ਜਾਂ ਕੋਈ ਵੀ ਗਰੀਬ ਬੰਦਾ ਜ਼ਮੀਨ ਵਾਹ ਰਿਹਾ, ਉਹਦੇ ਨਾਲ ਕੀ ਹੁੰਦਾ? ਜਿਹੜਾ ਅਮੀਰ ਜੱਟ ਹੈਗਾ ਉਹ ਪੈਸੇ ਦੇ ਦਿੰਦਾ ਉਹਦੇ ਨਾਂ ਦੇ ਉੱਪਰ, ਗਰੀਬ ਜ਼ਮੀਨ ਤਾਂ ਲੈ ਲੈਂਦਾ ਪਰ ਖੇਤੀ ਤਾਂ ਫੇਰ ਉਹੀ ਜ਼ਮੀਨਦਾਰੀ ਕਰ ਰਿਹਾ। ਗਰੀਬ ਨੂੰ ਤਾਂ ਕਦੇ ਜ਼ਮੀਨ ਮਿਲੀ ਨਹੀਂ ਵਾਹੁਣ ਲਈ, ਕਿਉਂਕਿ ਗਰੀਬ ਨੂੰ ਜ਼ਮੀਨ ਜੇ ਠੇਕੇ ਤੇ ਲੈ ਵੀ ਲਊਗਾ ਤਾਂ ਉਹ ਸਪਰੇਆਂ ਦਾ, ਬੀਜਾਂ ਦਾ, ਉਹ ਖਰਚੇ ਕਿੱਥੋਂ ਚੱਕੂਗਾ? ਸੋ ਉਹਨੂੰ ਤਾਂ ਇੱਕ ਫਾਈਨੈਂਸ਼ੀਅਲ ਬੈਕਅਪ ਚਾਹੀਦਾ, ਔਰ ਫਾਈਨੈਂਸ਼ੀਅਲ ਬੈਕਅਪ ਉਹਨੂੰ ਕਿਸੇ ਬੈਂਕ ਨੇ ਦੇਣਾ ਹੀ ਨਹੀਂ। ਉਹ ਆੜਤੀਆ ਦਊਗਾ, ਆੜਤੀਆ ਜ਼ਮੀਂਦਾਰ ਦੀ ਜਾਮਨੀ ਉੱਪਰ ਦਊਗਾ। ਉਹ ਕਦੇ ਚੀਜ਼ ਹੋਈ ਨਹੀਂ ਪੰਜਾਬ ਦੇ ਵਿੱਚ। ਹਾਲਾਂਕਿ ਆਪਣੇ ਯਾਦ ਆ, ਡਾਕਟਰ ਗਾਂਧੀ ਵਰਗੇ MP ਵੀ ਅਸਫਲ ਰਹੇ ਨੇ ਲੋਕਾਂ ਦੇ ਵਿੱਚ ਜਿਹੜੇ ਪਏ ਹੋਏ ਪਾੜੇ ਨੇ ਉਹ ਖਤਮ ਕਰਨ ਲਈ। ਇਹਨਾਂ ਨੇ ਸ਼ੁਰੂ ਕੀਤਾ ਸੀ ਨਾ ਕਿ ਇੱਕ ਪਿੰਡ ਇੱਕ ਸ਼ਮਸ਼ਾਨ, ਜਿੱਥੇ ਹੋਏਗਾ ਉੱਥੇ ਮੈਂ ਆਪਣੇ MP ਫੰਡ ਚੋਂ 10 ਤੋਂ 20 ਲੱਖ ਰੁਪਏ ਦਊਂਗਾ। ਪਰ ਕੀ ਹੋਇਆ? ਉਹ ਕਿੰਨਾ ਕੁ ਸਫਲ ਹੋਇਆ? ਇਹਨਾਂ ਦੇ ਜਾਣ ਤੋਂ ਬਾਅਦ ਫਿਰ ਜਾਂਦੀ ਰਹੀ। ਸੋ ਸਾਡਾ ਜਿਹੜੀ ਫਿਰਕਾ ਪ੍ਰਸਤੀ ਪੰਜਾਬ ਦੇ ਵਿੱਚ ਵੱਧ ਚੁੱਕੀ ਆ, ਉਹ ਸੁਨੀਲ ਜਾਖੜ ਦੇ ਕਹਿਣ ਦੇ ਉੱਪਰ ਖਤਮ ਨਹੀਂ ਹੋ ਜਾਣੀ ਕਿ ਪੰਜਾਬ ਬਹੁਤ ਪਿਆਰ ਨਾਲ ਜਿਉਣ ਵਾਲੇ ਲੋਕ ਨੇ। ਨਹੀਂ, ਇੱਥੇ ਜ਼ਾਤ ਪਾਤ ਦਾ ਬੋਲਬਾਲਾ ਬਹੁਤ ਜ਼ਿਆਦਾ ਹੈਗਾ। ਉਹ ਠੀਕ ਆ ਕਿ ਉਹ ਨਹੀਂ ਹੈਗਾ ਜੋ ਹਰਿਆਣੇ ਰਾਜਸਥਾਨ ਵਿੱਚ ਖਾਪ ਵਾਲਿਆਂ ਦਾ ਹੈਗਾ ਜਾਂ ਰਾਜਪੂਤਾਂ ਦਾ ਹੈਗਾ, ਲੇਕਿਨ ਪੰਜਾਬ ਦੀ ਆਪਣੀ ਕਹਾਣੀ ਹੈ, ਪੰਜਾਬ ਦੀ ਜ਼ਾਤ ਪਾਤ ਦੀ ਆਪਣੀ ਕਹਾਣੀ ਹੈ। ਤੁਸੀਂ ਇਸ ਨੂੰ ਦਰਕਨਾਰ ਨਹੀਂ ਕਰ ਸਕਦੇ। ਤੁਸੀਂ ਜਾਓ ਉਧਰ ਫਾਜ਼ਿਲਕਾ ਵਾਲੇ ਪਾਸੇ, ਅਬੋਹਰ ਵਾਲੇ ਪਾਸੇ, ਤੁਸੀਂ ਦਿਖਾਓ ਖਾਨ ਚੌਧਰੀ ਚੜਨ ਦਿੰਦੇ ਘੋੜਿਆਂ ਦੇ ਉੱਤੇ ਬਰਾਤਾਂ ਵਾਲੇ ਦਿਨ? ਉਹੀ ਹਾਲਾਤ ਨੇ ਪੰਜਾਬ ਦੇ ਵਿੱਚ ਵੀ, ਉਹੀ ਹਾਲਾਤ ਨੇ। ਸਿਰਫ ਇਹ ਆ ਕਿ ਜਦੋਂ ਕਹਾਣੀ ਦਰਿਆ ਦੀ ਹੋਵੇ ਤਾਂ ਉਹਦਾ ਕਿਰਦਾਰ ਕਿਸ਼ਤੀਆਂ ਵਾਲਾ ਹੋ ਜਾਂਦਾ, ਤੇ ਜਦੋਂ ਕਹਾਣੀ ਮਾਰੂਥਲ ਦੀ ਹੁੰਦੀ ਆ ਤਾਂ ਉਦੋਂ ਕਿਰਦਾਰ ਊਠਾਂ ਦੇ ਹੋ ਜਾਂਦੇ। ਸੱਸੀ ਪੁੰਨੂ ਤੇ ਸੋਹਣੀਵਾਲ, ਗੱਲ ਇਸ਼ਕ ਦੀ ਹੁੰਦੀ ਆ, ਗੱਲ ਲੁੱਟ ਦੀ ਹੋ ਰਹੀ ਆ, ਉਹ ਭਾਵੇਂ ਜਿਹੜੇ ਮਰਜ਼ੀ ਰੂਪ ਦਾ ਹੋ। ਬਿਲਕੁਲ। ਸਮਝ ਸਾਹਿਬ, ਇੱਕ ਖਬਰ ਜਿਹੜੀ ਤੁਸੀਂ ਵੀ ਸੁਣੀ ਹੋਣੀ ਕਿ ਕਾਂਗਰਸ, ਵਿਰੋਧੀ ਧਿਰ ਦੀ ਜਦੋਂ ਤੁਸੀਂ ਮਜ਼ਬੂਤੀ ਦੀ ਗੱਲ ਕਰਦੇ ਹੋ, ਕਾਂਗਰਸ ਆਪਣੇ ਆਪ 'ਚ ਸੁਧਾਰ ਕਰਨ ਲੱਗੀ ਹੈ, ਭਾਰਤ ਜੋੜੋ ਯਾਤਰਾ ਸ਼ੁਰੂ ਕਰਨੀ ਆ, ਜਾਂ ਹੋਰ ਜੋ ਕੁਝ ਚਿੰਤਨ ਸ਼ਿਵਰ ਦੇ ਵਿੱਚ ਚਿੰਤਾ ਜਤਾਈ ਗਈ ਉਹਨੂੰ ਲੈ ਕੇ ਚਰਚਾਵਾਂ ਹੋਈਆਂ। ਹੁਣ ਅੱਗੋਂ ਜਿਹੜਾ ਆ ਇਹ ਆਪਣਾ ਰਾਹ ਬਣਾ ਰਹੇ ਨੇ 2024 ਵਾਲਾ। ਦੇਖੋ, ਰਾਹੁਲ ਗਾਂਧੀ ਹੋਣਾ ਨੇ ਇਹ ਗੱਲ ਮੰਨ ਲਈ ਆ ਕਿ ਸਾਡਾ ਲੋਕਾਂ ਨਾਲ ਕਨੈਕਸ਼ਨ ਟੁੱਟ ਗਿਆ। ਉਹਨਾਂ ਨੇ ਪਾਲਿਆ ਵੀ ਸਾਡੇ ਜਿਹੜੇ SIM ਕਾਰਡ ਨੇ ਉਹ ਖਰਾਬ ਹੋ ਚੁੱਕੇ ਨੇ, ਸਾਡਾ ਨੈਟਵਰਕ ਟੁੱਟ ਗਿਆ। ਸੋਨੀਆ ਗਾਂਧੀ ਕਹਿੰਦੀ ਮੈਂ ਨੈਟਵਰਕ ਨੂੰ ਤੋੜਨ ਲਈ ਯਾਤਰਾ ਕਰੂੰਗੀ। ਸੁਨੀਲ ਜਾਖੜ ਕਹਿ ਰਿਹਾ ਕਿ ਸੋਨੀਆ ਪਰਿਵਾਰ ਤੋਂ, ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈਗਾ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਯਾਤਰਾ ਸੋਨੀਆ ਗਾਂਧੀ ਕਰੂਗੀ, ਉੱਤਰਾਧਿਕਾਰੀ ਤਾਂ ਉਹਦਾ ਆਪ ਜੋ ਰਾਹੁਲ ਗਾਂਧੀ ਹੈਗਾ ਉਹ ਵੀ ਰਿਟਾਇਰਮੈਂਟ ਦੇ ਨੇੜੇ ਜਾ ਰਿਹਾ, ਯਾਤਰਾ ਤਾਂ ਉਹਨੂੰ ਕਰਨੀ ਚਾਹੀਦੀ ਸੀ, ਸੋਨੀਆ ਗਾਂਧੀ ਕਿਉਂ ਕਰੂਗੀ? ਉਹ ਕਿਹੜਾ ਮਤਲਬ ਵੀ ਕੋਈ ਫਿਲਮੀ ਹਸਤੀ ਆ ਜਿਹਨੂੰ ਦੇਖਣ ਲਈ ਆਉਣਗੇ ਲੋਕ? ਥਾਟ ਪ੍ਰੋਸੈਸ ਕਿੱਥੇ ਆ? ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਨੂੰ ਜੋ 24 ਨਕਾਤੀ ਪ੍ਰੋਗਰਾਮ ਦਿੱਤਾ ਸੀ ਉਹਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਕਿਹਾ ਸੀ ਕਿ ਤੁਸੀਂ ਥਰਡ ਫਰੰਟ ਕ੍ਰੀਏਟ ਕਰੋ, ਜਿਹੜੀਆਂ ਗੈਰ ਭਾਜਪਾ ਪਾਰਟੀਆਂ ਨੇ ਉਹਨਾਂ ਨੂੰ ਜੋੜੋ ਆਪਣੇ ਨਾਲ, ਜਾਂ ਉਹਨਾਂ ਨਾਲ ਜੁੜੋ। ਜਿੱਥੇ ਉਹ ਸਮਰੱਥ ਨੇ ਉੱਥੇ ਤੁਸੀਂ ਨੀਵੇਂ ਹੋ ਕੇ ਬਹਿ ਜਾਓ, ਜਿੱਥੇ ਉਹ ਨੀਵੇਂ ਨੇ ਉੱਥੇ ਤੁਸੀਂ ਵੱਡੇ ਹੋ ਕੇ ਖੜ ਜਾਓ। ਪਰ ਕਾਂਗਰਸ ਆਪਣੇ ਆਪ ਨੂੰ ਇੰਨਾ ਕੁ ਵੱਡਾ ਦੇਖਦੀ ਆ ਕਿ ਉਹ ਚਾਹੁੰਦੀ ਨਹੀਂ ਹੈਗੀ ਕਿ ਭਾਰਤ ਵਿੱਚ
ਕੋਈ ਤੀਸਰਾ ਧੜਾ ਬਣੇ, ਕਿਉਂਕਿ ਜੇ ਇਸ ਵੇਲੇ ਕੋਈ ਤੀਜਾ ਧੜਾ ਬਣੂਗਾ ਤਾਂ ਕਾਂਗਰਸ ਨੂੰ ਪ੍ਰਮੁੱਖਤਾ ਨਹੀਂ ਮਿਲੂਗੀ। ਉਹਦੇ ਵਿੱਚ ਉਹ ਲੀਡਰ ਕਾਂਗਰਸ ਦਾ ਨਹੀਂ ਹੋਏ, ਉਹ ਲੀਡਰ ਹੋਰ ਕਿਸੇ ਪਾਰਟੀ ਦਾ ਹੋਏ, ਜੋ ਕਿ ਕਾਂਗਰਸ ਨੂੰ ਮਰ ਜਾਣਾ ਤਾਂ ਮਨਜ਼ੂਰ ਆ। ਕਹਿੰਦੇ ਉਹ ਤੇ ਸਾਰਾ ਪਿੰਡ ਢਹਿ ਜੇ, ਤੈਨੂੰ ਸਰਪੰਚੀ ਨਹੀਂ ਦੇਣੀ, ਇਹ ਗੱਲ ਆ। ਉਹ ਗੱਲ ਕਾਂਗਰਸ ਦੀ ਆ ਕਿ ਚਾਹੇ ਭਾਜਪਾ ਦੀ ਸਰਕਾਰ ਹਿੰਦੁਸਤਾਨ ਦਾ ਮਲੀਆ ਮੇਟ ਕਰਦੇ, ਪੂਰੇ ਦੇ ਪੂਰੇ ਮੁਲਕ ਨੂੰ ਹਿੰਦੂਆਂ ਦਾ ਮੁਲਕ ਬਣਾ ਦੇ, ਸਾਰਿਆਂ ਨੂੰ ਕਨਵਰਜਨ ਕਰਦੇ ਹਿੰਦੂਆਂ ਦੇ ਵਿੱਚ, ਪਰ ਇਹਨਾਂ ਨੇ ਆਪਣੀ ਪੋਲਿਟਿਕਸ, ਆਪਣੀ ਹਉਮੈ ਨਹੀਂ ਛੱਡੀ। ਇਹਨਾਂ ਨੇ ਅਕਲ ਨਹੀਂ ਲੈਣੀ ਹੈਗੀ, ਇਹਨਾਂ ਨੇ ਆਹੀ ਕੁਝ ਕਰਨਾ। 2 ਅਕਤੂਬਰ ਤੋਂ ਸ਼ੁਰੂ ਕਰੂਗੀ ਗਾਂਧੀ ਜੀ ਦੇ ਨਾਂ ਤੋਂ ਯਾਤਰਾ, ਤੇ ਭਾਜਪਾ ਵਾਲਿਆਂ ਨੇ ਸ਼ਾਸਤਰੀ ਜੀ ਨੂੰ ਓਡਾ ਹੀ ਵੱਡਾ ਕਰਕੇ ਖੜਾ ਕਰ ਦੇਣਾ 2 ਅਕਤੂਬਰ ਨੂੰ। 2 ਅਕਤੂਬਰ ਨੂੰ ਆਪਾਂ ਨੂੰ ਵੀ ਨਹੀਂ ਕਰ, ਦੇਖੋ ਇੱਕ ਗੱਲ ਤਾਂ ਮੰਨ ਲਈਏ ਨਾ ਕਿ 2 ਅਕਤੂਬਰ ਨੂੰ 2 ਵੱਡੇ ਨੇਤਾਵਾਂ ਦਾ ਜਨਮ ਦਿਨ ਆ, ਪਰ ਕੀ ਸਾਨੂੰ ਕਦੇ ਕਿਤਾਬਾਂ ਨੇ ਦੱਸਿਆ ਸੀ? ਗਾਂਧੀ ਉਹ ਸਾਨੂੰ ਯਾਦ ਸੀ। ਮਹਾਤਮਾ ਗਾਂਧੀ ਇਹ ਰਾਸ਼ਟਰ ਦਾ ਪਿਓ ਆ ਤੇ ਰਾਸ਼ਟਰ ਦੀ ਮਾਂ ਹਲੇ ਲੱਭੀ ਨਹੀਂ, ਤੇ ਉਹਨੂੰ ਭਾਜਪਾ ਵਾਲੇ ਰਾਸ਼ਟਰ ਨੂੰ ਹੀ ਮਾਂ ਕਹਿਣ ਲੱਗੇ, ਦੇਸ਼ ਨੂੰ ਮਾਂ ਬਣਾਤਾ। ਸੋ ਦੁਨੀਆ ਨੂੰ ਆਪਣੇ ਤਰੀਕੇ ਨਾਲ ਇਮੋਸ਼ਨਸ ਵਿੱਚ ਬਹਾ ਕੇ ਚਲਾਉਣਾ ਭਾਜਪਾ ਤੋਂ ਸਿੱਖੋ, ਤੇ ਆਪਣੀ ਬੇਵਕੂਫੀਆਂ ਨਾਲ ਆਪਣਾ ਮਲੀਆ ਮੇਟ ਕਰਾਉਣਾ ਕਾਂਗਰਸ ਤੋਂ ਸਿੱਖੋ। ਪੰਜਾਬ ਦੇ ਵਿੱਚ ਆਪਾਂ ਹਾਲ ਦੇਖ ਚੁੱਕੇ ਆ, ਇਹੀ ਹਾਲ ਇਹਨਾਂ ਦਾ ਰਾਜਸਥਾਨ ਵਿੱਚ ਤਿਆਰ ਪਿਆ ਹੈਗਾ। ਉੱਥੇ ਪਾਇਲਟ ਤੇ ਗਹਿਲੋਤ ਦੀ ਆਪਸੀ ਜਿਹੜੀ ਖਿੱਚੋਤਾਣ, ਗਲਾਵੇਂ ਨੂੰ ਹੱਥ ਪਾਈ ਖੜੇ ਨੇ, ਉੱਥੇ ਵੀ ਆਹੀ ਹੋਲ ਹੋਣਾ। ਮੱਧ ਪ੍ਰਦੇਸ਼ ਵਿੱਚ ਆਪਾਂ ਦੇਖ ਚੁੱਕੇ ਆ, ਸਿੰਧੀਆ ਉਹਨੂੰ ਛੱਡ ਕੇ ਚਲਾ ਗਿਆ, ਹੁਣ ਉਹ ਬੈਠਾ ਵਿਚਾਰਾ ਛੁਣਛੁਣੇ ਵਜਾ ਰਿਹਾ। ਕੁਝ ਨਹੀਂ ਹੋ ਸਕਦਾ। ਮੈਂ ਆਖਰੀ ਸਵਾਲ ਜੇ ਕਰਾਂ ਸਮਝ ਸਾਹਿਬ, ਨਵਜੋਤ ਸਿੱਧੂ ਦੀ ਸਿਆਸਤ ਨੂੰ ਕਿੱਦਾਂ ਕਿ ਵੱਖਰੇ ਕਿਸਮ ਦੇ ਪ੍ਰੋਗਰਾਮ ਉਹਨਾਂ ਦੇ, ਉਹ ਕਦੇ ਜਾ ਕੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਦੇ ਨੇ, ਕਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਦੇ ਨੇ। ਪ੍ਰਧਾਨ ਸਾਹਿਬ ਤਾਂ ਆਪਣੀ ਥਾਂ ਤੇ ਜਿੰਨੇ ਕਿ ਐਕਟਿਵ ਹੈਗੇ ਨੇ, ਪਰ ਨਵਜੋਤ ਸਿੱਧੂ ਪ੍ਰਧਾਨ ਤੋਂ ਵੀ ਸੁਪਰ ਪ੍ਰਧਾਨ ਨਜ਼ਰ ਆਉਂਦੇ ਨੇ। ਦੇਖੋ ਨਵਜੋਤ ਸਿੰਘ ਸਿੱਧੂ ਦੀ ਇੱਕ ਗੱਲ ਤਾਂ ਮੰਨੋ ਨਾ ਕਿ ਉਹਦੇ ਉੱਤੇ ਕੋਈ ਅੱਜ ਤੱਕ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈਗਾ। ਪ੍ਰਧਾਨ ਸਾਹਿਬ ਦੇ ਉੱਪਰ ਤਾਂ ਤੁਹਾਡੇ ਲੱਗ ਗਏ ਸੀ ਜਦੋਂ ਟਰਾਂਸਪੋਰਟ ਮੰਤਰੀ ਬਣੇ ਸੀ, ਕੇਸ ਵੀ ਹੋ ਗਏ ਸੀ, ਹਾਈ ਕੋਰਟ ਚੋਂ ਬੰਦੇ ਲੈ ਗਏ ਸੀ ਕੱਢ ਕੇ। ਸੋ ਪ੍ਰਧਾਨ ਸਾਹਿਬ ਕਹਿ ਦੇਣ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪਾਰ ਕਰ ਜਾਊਗਾ, ਉਹ ਪੋਸੀਬਲ ਨਹੀਂ ਹੈਗਾ, ਇੰਨੀ ਛੇਤੀ ਪੋਸੀਬਲ ਨਹੀਂ। ਨਵਜੋਤ ਸਿੰਘ ਸਿੱਧੂ ਦਾ ਕੱਦ, ਪਰਸਨੈਲਿਟੀ, ਕੰਮ, ਸੋਚ ਜੋ ਦਿਖਾ ਰਹੇ ਨੇ, ਮੈਨੂੰ ਨਹੀਂ ਪਤਾ ਉਹਨਾਂ ਦੇ ਦਿਲ ਦੇ ਵਿੱਚ ਕੀ ਆ, ਪਰ ਜੋ ਦਿਖਾ ਰਹੇ ਨੇ ਉਹ ਬਹੁਤ ਵੱਡੇ, ਉਹਦੀ ਕੋਈ ਮਿਸਾਲ ਨਹੀਂ ਹੈ। ਪੰਜਾਬ ਦੀ ਪ੍ਰੋਬਲਮ ਹੀ ਸਭ ਤੋਂ ਵੱਡੀ ਹੈਗੀ ਆ ਬੇਰੁਜ਼ਗਾਰੀ। ਬੇਰੁਜ਼ਗਾਰੀ ਖਤਮ ਹੋਏਗੀ ਤਾਂ ਨਸ਼ਿਆਂ ਨੂੰ ਠੱਲ ਪਏਗੀ, ਪਰ ਜੇ ਤੁਸੀਂ ਕਹੋ ਕਿ ਨਸ਼ੇ ਪੰਜਾਬ ਚੋਂ ਖਤਮ ਕਰ ਦੋਗੇ, ਉਹ ਕਦੇ ਵੀ ਨਹੀਂ। ਦੁਨੀਆ ਦੇ ਕਿਸੇ ਕੋਨੇ 'ਚ ਹੋਏ ਨੇ, ਮੁਲਕਾਂ ਦੀਆਂ ਇਕਨੋਮੀਆਂ ਖਤਮ ਹੋ ਗਈਆਂ, ਨਸ਼ੇ ਨਹੀਂ ਖਤਮ ਕਰ ਸਕੇ। ਲੋਕਾਂ ਨੇ ਹਜ਼ਾਰਾਂ ਲੋਕ ਮਰਵਾ ਲਏ। ਉਹ ਕੋਲੰਬੀਆ ਵਿੱਚ ਤੁਸੀਂ ਦੇਖੋ, ਲੋਕ ਹੀ ਮਤਲਬ ਆਪਣੇ ਬੰਦੇ ਮਰਵਾ ਲਏ। ਅਮਰੀਕਾ ਨੇ ਆਪਣੇ ਕਿੰਨੇ ਬੰਦੇ ਮਰਵਾ ਲਏ। ਨਸ਼ੇ ਖਤਮ ਹੋਏ ਨੇ? ਨਸ਼ੇ ਖਤਮ ਨਹੀਂ ਹੋਏ, ਕਿਉਂਕਿ ਨਸ਼ੇ ਦੇ ਵਿੱਚੋਂ ਜਿਹੜਾ ਮਾਰਜਨ ਆ ਨਾ, ਉਹ ਬਹੁਤ ਵੱਡਾ। UN ਤਾਂ ਖੁਦ ਮੰਨ ਚੁੱਕਿਆ ਕਿ ਅਸੀਂ ਨਸ਼ੇ ਖਤਮ ਨਹੀਂ ਕਰ ਸਕੇ, ਅਸੀਂ ਲੜਾਈ ਹਾਰ ਗਏ। ਔਰ ਨਾ ਹੀ ਕੋਈ ਸਰਕਾਰ ਇਸ ਪਾਸੇ ਚੱਲਦੀ ਆ ਕਿ ਜਿਹੜੇ ਨਸ਼ਿਆਂ ਦਾ ਕਾਰੋਬਾਰ ਆ ਉਹਦੇ ਵਿੱਚ ਜਿਹੜਾ ਮਾਰਜਨ ਆ ਉਹ ਖਤਮ ਕਰ ਦਈਏ। ਮਾਰਜਨ ਖਤਮ ਹੁੰਦੇ ਸਾਰ ਨਸ਼ਿਆਂ ਤੋਂ ਲੋਕ ਆਪਣੇ ਆਪ ਦੂਰ ਹੁੰਦੇ ਜਾਣਗੇ। ਬਾਬਾ ਰਾਮ ਰਹੀਮ ਦੇ ਨਾਲ ਲੋਕ ਕਿਉਂ ਜੁੜੇ ਹੋਏ ਸੀ? ਬਾਦਲਾਂ ਦੇ ਨਾਲ ਕਿਉਂ ਲੋਕ ਜੁੜੇ ਹੋਏ ਸੀ? ਇੱਕ ਬਿਜ਼ਨਸ ਨੈਟਵਰਕ ਆ ਜਿਹਦੇ ਵਿੱਚੋਂ ਮਾਰਜਨ ਜ਼ਿਆਦਾ। ਉਹ ਮਾਰਜਨ ਜਦੋਂ ਘਟ ਜਾਏਗਾ, ਉਹ ਕਹਿੰਦੇ ਨੇ ਕਹਿੰਦੇ ਬਾਬਾ ਜਜਮਾਨਾ ਉਹ ਚੇਲੇ ਕਿੱਥੇ ਨੇ? ਚੇਲੇ ਬੜੇ ਨੇ। ਕਹਿੰਦਾ ਕੋਈ ਨਾ, ਜਦੋਂ ਭੁੱਖੇ ਮਰਨਗੇ ਆਪੇ ਭੱਜ ਜਾਣਗੇ। ਸੋ ਭੁੱਖ ਉਹ ਚੀਜ਼ ਤੋਂ ਦੂਰ ਕਰ ਦਿੰਦੀ ਆ। ਜਿਹੜੇ ਬਿਜ਼ਨਸ ਵਿੱਚ ਫਾਇਦਾ ਨਹੀਂ ਹੋਏਗਾ ਉਹ ਤੋਂ ਦੂਰ ਹੋ। ਜੋ ਨਸ਼ਿਆਂ ਜਦ ਤੱਕ ਫਾਇਦਾ ਹੈਗਾ, ਤੁਸੀਂ ਇਹਨੂੰ ਖਤਮ ਨਹੀਂ ਕਰ ਸਕਦੇ। ਚਾਈਨਾ ਨੂੰ ਖਤਮ ਕਰਨ ਲਈ ਬਰਤਾਨੀਆ ਨੇ ਅਫੀਮ ਕਿਸ ਤਰੀਕੇ ਨਾਲ ਚਲਾਈ ਸੀ, ਔਰ ਚਾਹ ਦੀ ਲੜਾਈ ਵੀ ਉਹਨਾਂ ਦੀ ਹੋਈ ਸੀ, ਪਰ ਅਫੀਮ ਦੇ ਚੱਕਰ ਵਿੱਚ ਚਾਈਨਾ ਖਤਮ ਹੋ ਗਿਆ। ਲੜਾਈ ਹਾਰੀ, ਬਰਤਾਨੀਆ ਦੀ ਕਲੋਨੀ ਬਣਿਆ। ਸੋ ਨਸ਼ੇ ਨੂੰ ਇੱਕ ਟੂਲ ਦੇ ਤੌਰ ਦੇ ਉੱਤੇ ਸਰਕਾਰਾਂ ਵਰਤਦੀਆਂ ਨੇ। ਅਫਗਾਨਿਸਤਾਨ ਵਾਲੇ ਤਾਲਿਬਾਨ ਲੱਖ ਕਹੀ ਜਾਣ ਕੇ ਅਸੀਂ ਅਫੀਮ ਦੀ ਖੇਤੀ ਨਹੀਂ ਹੋਣ ਦੇਣੀ, ਪਰ ਉਵੇਂ ਹੀ ਚੱਲੂਗਾ, ਕਿਉਂਕਿ ਉਹਨਾਂ ਦੀ ਇਕਨੋਮੀ ਉਹਦੇ ਤੇ ਖੜੀ ਹੈ। ਉਹ ਗੋਲਡਨ ਟ੍ਰਾਇੰਗਲ ਦੇ ਹੀ ਰਾਜੇ ਨੇ। ਸੋ ਗੋਲਡਨ ਟ੍ਰਾਇੰਗਲ ਨੂੰ ਖਤਮ ਕਰਕੇ ਅਫਗਾਨਿਸਤਾਨ, ਮਿਆਂਮਾਰ ਤੇ ਨੇਪਾਲ ਦਾ ਕੀ ਅਸਤਿਤਵ ਆ? ਕੋਈ ਵੀ ਨਹੀਂ ਹੈਗਾ। ਇੰਡੀਆ ਉਹਦਾ ਪਾਰਟ ਆ, ਕਿਉਂਕਿ ਚੈਨਲ ਇੰਡੀਆ ਵਿੱਚ ਦੀ ਹੋ ਕੇ ਜਾਂਦਾ। ਸੋ ਇੰਡੀਆ ਨੂੰ ਸਰਵਾਈਵ, ਇੰਡੀਆ ਚਾਹ ਕੇ ਵੀ ਉਹ ਤੋੜ ਨਹੀਂ ਸਕਦਾ। ਸੋ ਨਸ਼ੇ ਜਾ ਨਹੀਂ ਸਕਦੇ। ਨਸ਼ਿਆਂ ਨੂੰ ਤੁਸੀਂ ਘਟਾ ਸਕਦੇ ਹੋ ਸਿਰਫ ਮਾਰਜਨ ਘੱਟ। ਉਹੀ ਨਸ਼ੇ ਵੇਚਦੇ ਨੇ, ਉਹੀ ਨਸ਼ੇ ਖਾਂਦੇ ਨੇ। ਕਿਵੇਂ ਹਟਾ ਲੋਗੇ? ਜਿਹਨੂੰ ਲੱਤ ਲੱਗ ਗਈ ਉਹ ਨਸ਼ਾ ਲੈ ਕੇ ਵੀ ਆਊਗਾ, ਉਹ ਵੇਚੂਗਾ ਵੀ। ਸੋ ਨਸ਼ੇ ਦਾ ਮਾਡਲ ਵੀ ਜਿਹੜਾ ਹੈਗਾ ਨਾ, ਉਹ ਜਿਹੜਾ ਜਿਵੇਂ ਉਹ ਕੰਮ ਨਹੀਂ ਸ਼ੁਰੂ ਹੋਇਆ ਸੀ, ਮਲਟੀ ਲੈਵਲ ਮਾਰਕੀਟਿੰਗ ਵਾਲਾ ਕੰਮ ਸ਼ੁਰੂ ਹੋ ਗਿਆ। ਕੋਈ ਦੁਕਾਨ ਨਹੀਂ ਹੈਗੀ, ਕੋਈ ਐਡ ਨਹੀਂ ਹੈਗੀ, ਕੋਈ ਏਜੰਸੀ ਨਹੀਂ ਹੈਗੀ। ਜਿਹੜਾ ਬੰਦਾ ਖਰੀਦ ਰਿਹਾ ਉਹੀ ਅੱਗੇ ਸਮਾਨ ਵੇਚ ਰਿਹਾ। ਸੋ ਮਲਟੀ ਲੈਵਲ ਮਾਰਕੀਟਿੰਗ ਵਾਲਾ ਕੰਮ ਚੱਲ ਰਿਹਾ। ਸੋ ਮਲਟੀ ਲੈਵਲ ਮਾਰਕੀਟਿੰਗ ਚੋਂ ਤੇ ਨਸ਼ੇ ਦੇ ਆਦੀ ਹੋਏ ਨੂੰ ਕੱਢਣਾ ਬਹੁਤ ਔਖਾ। ਸਮਝ ਸਾਹਿਬ, ਸ਼ੁਕਰੀਆ, ਧੰਨਵਾਦ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਤੁਸੀਂ ਯਾਦ
ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਟਾਈਮਾਂ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਸਮਦ। ਵੱਡੀਆਂ ਖਬਰਾਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।